ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। 30 ਵਿਦਿਆਰਥੀਆਂ ਦੇ ਮਾਸਕ ਨਾ ਪਹਿਨਣ ਤੇ ਅਮਰੀਕਨ 에ਅਰਲਾਈਨ ਦੀ ਫਲਾਈਟ ਹੋਈ ਰੱਦ। ਬਾਈਡਨ ਪ੍ਰਸ਼ਾਸਨ ਦੁਆਰਾ ਕੀਤੀ ਜਾਵੇਗੀ ਡੋਰ ਟੂ ਡੋਰ ਟੀਕਾਕਰਨ ਯਤਨਾਂ ਦੀ ਸ਼ੁਰੂਆਤ। ਕੈਨੇਡਾ ਪਹੁੰਚੀਆਂ 5 ਇੰਟਰਨੈਸ਼ਨਲ ਫਲਾਈਟਸ ਵਿੱਚ ਮਿਲੇ ਕਰੋਨਾ ਮਰੀਜ਼। ਪੰਜਾਬ ਵਿੱਚ ਫਸੇ ਬੈਠੇ ਮਾਈਗ੍ਰੈਂਟ ਵਰਕਰਾਂ ਲਈ ਆਸ ਦੀ ਕਿਰਨ। ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਕੀਤੀ 50 ਘਰਾਂ ਦੀ ਪੇਸ਼ਕਸ਼। ਕੈਲੀਫੋਰਨੀਆ ਵਿੱਚ ਪੁਲਿਸ ਨੇ ਕੀਤੀ ਤਕਰੀਬਨ 1.19 ਬਿਲੀਅਨ ਡਾਲਰ ਕੀਮਤ ਦੀ ਭੰਗ ਜ਼ਬਤ। ਅਮਰੀਕਾ ਵਿੱਚ ਕਰੋਨਾ ਵੈਕਸੀਨ ਮੁਹਿੰਮ ਨੇ ਰੋਕੀਆਂ 2.5 ਲੱਖ ਤੋਂ ਜ਼ਿਆਦਾ ਮੌਤਾਂ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਵਿੱਚ ਅਮਰੀਕਨ 에ਅਰਲਾਈਨ ਦੀ ਇੱਕ ਫਲਾਈਟ ਵਿੱਚ ਤਕਰੀਬਨ 30 ਹਾਈ ਸਕੂਲ ਵਿਦਿਆਰਥੀਆਂ ਦੇ ਲੋੜ ਅਨੁਸਾਰ ਫੇਸ ਮਾਸਕ ਪਹਿਨਣ ਤੋਂ ਇਨਕਾਰ ਕਰਨ ਤੋਂ ਬਾਅਦ ਰੱਦ ਕੀਤੀ ਗਈ ਅਤੇ ਸਾਰਾ ਦਿਨ ਰਵਾਨਗੀ ਤੋਂ ਅਸਮਰਥ ਰਹੀ। ਸਾਊਥ ਕੈਰੋਲੀਨਾ ਦੇ ਸ਼ਾਰਲਟ ਤੋਂ ਨਸਾਓ ਬਹਾਮਾਸ ਜਾਣ ਵਾਲੀ ਅਮਰੀਕਨ ਫਲਾਈਟ 893 ਨੂੰ ਸੋਮਵਾਰ ਸਵੇਰੇ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਹ ਫਲਾਈਟ ਰੱਦ ਹੋਣ ਤੋਂ ਅਗਲੇ ਦਿਨ ਰਵਾਨਾ ਕੀਤੀ ਗਈ। ਅਮਰੀਕਨ 에ਅਰਲਾਈਨ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਕੁਝ ਯਾਤਰੀ ਜਹਾਜ਼ ਵਿੱਚ ਫੇਸ ਮਾਸਕ ਪਹਿਨਣ ਤੋਂ ਇਨਕਾਰ ਕਰ ਰਹੇ ਸਨ ਅਤੇ ਜਹਾਜ਼ ਦੇ ਕਰਮਚਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ ਸਨ। ਇਸ ਸਥਿਤੀ ਨੂੰ ਦੇਖਦਿਆਂ ਉਡਾਣ ਨੂੰ ਰੱਦ ਕਰ ਦਿੱਤਾ ਗਿਆ ਅਤੇ ਸਾਰੇ ਯਾਤਰੀਆਂ ਨੂੰ ਸੋਮਵਾਰ ਨੂੰ ਖਾਣੇ ਦੇ ਵਾਊਚਰਾਂ ਦੇ ਨਾਲ-ਨਾਲ ਹੋਟਲ 'ਚ ਕਮਰੇ ਵੀ ਮੁਹੱਈਆ ਕਰਵਾਏ ਗਏ। ਜਹਾਜ਼ ਵਿੱਚ ਸਵਾਰ ਇੱਕ ਯਾਤਰੀ ਨੇ ਦੱਸਿਆ ਕਿ 30 ਦੇ ਕਰੀਬ ਵਿਦਿਆਰਥੀਆਂ ਦਾ ਸਮੂਹ ਆਪਣੀ ਗ੍ਰੈਜੂਏਸ਼ਨ ਦੀ ਪਾਰਟੀ ਲਈ ਬਹਾਮਾਸ ਜਾ ਰਿਹਾ ਸੀ ਅਤੇ ਉਹਨਾਂ ਨੇ ਮਾਸਕ ਨਹੀਂ ਪਹਿਨੇ ਸਨ। 에ਅਰਲਾਈਨ ਅਧਿਕਾਰੀਆਂ ਵੱਲੋਂ ਫਲਾਈਟ ਰੱਦ ਕਰਨ ਦੇ ਬਾਅਦ ਇਸ ਸਮੂਹ ਨੂੰ ਹੋਰ ਫਲਾਈਟ ਵਿੱਚ ਜਾਣ ਲਈ ਕਿਹਾ ਗਿਆ ਤਾਂ ਉਹ ਫੇਸ ਮਾਸਕ ਪਹਿਨਣ ਲਈ ਤਿਆਰ ਹੋ ਗਏ। ਅਮਰੀਕਾ ਵਿੱਚ ਕਰੋਨਾ ਟੀਕਾਕਰਨ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਦੇ ਯਤਨਾਂ ਵਿੱਚ ਰਾਸ਼ਟਰਪਤੀ ਜੋ ਬਾਈਡਨ ਨੇ ਮੰਗਲਵਾਰ ਨੂੰ ਐਲਾਨ ਕਰਦਿਆਂ ਦੱਸਿਆ ਕਿ ਪ੍ਰਸ਼ਾਸਨ ਦੁਆਰਾ ਇੱਕ ਨਵੇਂ ਪ੍ਰੋਗਰਾਮ ਨਾਲ ਅਮਰੀਕੀ ਲੋਕਾਂ ਨੂੰ ਕੋਵਿਡ-19 ਵਿਰੁੱਧ ਟੀਕਾ ਲਗਵਾਉਣ ਲਈ ਯਤਨ ਤੇਜ਼ ਕਰਨ ਦੇ ਉਦੇਸ਼ ਨਾਲ ਘਰ-ਘਰ ਜਾ ਕੇ ਲੋਕਾਂ ਨੂੰ ਟੀਕੇ ਲਗਵਾਉਣ ਦੀ ਅਪੀਲ ਕੀਤੀ ਜਾਵੇਗੀ। ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਟੀਕਾਕਰਨ ਨੂੰ ਉਤਸ਼ਾਹਿਤ ਕਰਨ ਲਈ ਕਮਿਊਨਿਟੀਆਂ ਵਿੱਚ ਘਰ-ਘਰ ਜਾਣ ਦੀ ਜ਼ਰੂਰਤ ਹੈ ਅਤੇ ਇਸ ਪ੍ਰਕਿਰਿਆ ਤਹਿਤ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਖੜਕਾਉਣ ਵਾਲੇ ਕਰਮਚਾਰੀ ਕਰੋਨਾ ਟੀਕੇ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਬਾਰੇ ਜਾਣਕਾਰੀ ਦੇਣਗੇ। ਅਮਰੀਕੀ ਪ੍ਰਸ਼ਾਸਨ 70% ਯੋਗ ਵਿਅਕਤੀਆਂ ਨੂੰ 4 ਜੁਲਾਈ ਤੱਕ ਇੱਕ ਖੁਰਾਕ ਨਾਲ ਟੀਕਾਕਰਨ ਕਰਨ ਦੇ ਮਿੱਥੇ ਟੀਚੇ ਨੂੰ ਹਾਸਲ ਕਰਨ ਵਿੱਚ ਅਸਫਲ ਰਿਹਾ। ਪ੍ਰੈਸ ਸਕੱਤਰ ਜੇਨ ਪਾਸਾਕੀ ਅਨੁਸਾਰ ਇਸ ਹਫ਼ਤੇ ਦੇ ਅੰਤ ਤੱਕ ਤਕਰੀਬਨ 160 ਮਿਲੀਅਨ ਅਮਰੀਕੀ ਲੋਕਾਂ ਦੇ ਪੂਰੀ ਤਰ੍ਹਾਂ ਟੀਕੇ ਲਗਾਏ ਜਾਣਗੇ। ਘਰ-ਘਰ ਜਾ ਕੇ ਵੈਕਸੀਨ ਦੀ ਜਾਣਕਾਰੀ ਦੇਣ ਵਾਲੀ ਮੁਹਿੰਮ ਤੋਂ ਇਲਾਵਾ ਪਾਸਾਕੀ ਅਨੁਸਾਰ ਸਰਕਾਰ ਦੁਆਰਾ ਤੇਜ਼ ਟੀਕਾਕਰਨ ਲਈ ਹੋਰ ਯਤਨ ਵੀ ਕੀਤੇ ਜਾਣਗੇ, ਜਿਸ ਤਹਿਤ ਪ੍ਰਾਇਮਰੀ ਕੇਅਰ ਡਾਕਟਰਾਂ ਨੂੰ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਵਿਦੇਸ਼ਾਂ ਤੋਂ ਕੈਨੇਡਾ ਪਹੁੰਚ ਰਹੀਆਂ ਫਲਾਈਟਸ ਵਿੱਚ ਕਰੋਨਾ ਮਰੀਜ਼ਾਂ ਦੀ ਨਿਸ਼ਾਨਦੇਹੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਫੈਡਰਲ ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ 2 ਅਤੇ 3 ਜੁਲਾਈ ਨੂੰ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਤੇ ਉਤਰੀਆਂ 5 ਇੰਟਰਨੈਸ਼ਨਲ ਫਲਾਈਟਸ ਵਿੱਚੋਂ ਕਰੋਨਾ ਦੇ ਮਰੀਜ਼ ਮਿਲੇ, ਜਦਕਿ 4 ਘਰੇਲੂ ਫਲਾਈਟਸ ਵਿੱਚ ਕਰੋਨਾ ਮਰੀਜ਼ਾਂ ਦੀ ਮੌਜੂਦਗੀ ਦਾ ਜ਼ਿਕਰ ਕੀਤਾ ਗਿਆ। ਇੰਟਰਨੈਸ਼ਨਲ ਫਲਾਈਟਸ ਵਿੱਚ ਇੱਕ ਸੀਟ ਤੇ ਬੈਠੇ ਮੁਸਾਫਰ ਦੀ ਰਿਪੋਰਟ ਪੋਜ਼ਿਟਿਵ ਆਉਣ ਦੀ ਸੂਰਤ ਵਿੱਚ ਉਸ ਦੇ ਅੱਗੇ ਅਤੇ ਪਿੱਛੇ ਵਾਲੀਆਂ ਕਤਾਰਾਂ ਨੂੰ ਪ੍ਰਭਾਵਿਤ ਮੰਨਿਆ ਜਾਂਦਾ ਹੈ। ਜੇ ਸੰਬੰਧਿਤ ਸ਼ਖਸ ਦਾ ਸੀਟ ਨੰਬਰ ਪਤਾ ਨਾ ਲੱਗ ਸਕੇ ਤਾਂ ਅਣਪਛਾਤੀਆਂ ਕਤਾਰਾਂ ਨੂੰ ਕਰੋਨਾ ਵਾਇਰਸ ਤੋਂ ਪੀੜਤ ਮੰਨਿਆ ਜਾਂਦਾ ਹੈ। ਕਰੋਨਾ ਦੀ ਪੁਸ਼ਟੀ ਵਾਲੇ ਮੁਸਾਫਰ ਦੀ ਕਤਾਰ ਵਿੱਚ ਬੈਠੇ ਮੁਸਾਫਰਾਂ ਨੂੰ 14 ਦਿਨ ਦੇ ਇਕਾਂਤਵਾਸ ਵਿੱਚ ਰਹਿਣ ਅਤੇ ਸਰੀਰ ਵਿੱਚ ਮਹਿਸੂਸ ਹੋਣ ਵਾਲੇ ਲੱਛਣਾਂ ਦੀ ਨਿਗਰਾਨੀ ਕਰਨ ਦੀ ਹਦਾਇਤ ਦਿੱਤੀ ਜਾਂਦੀ ਹੈ। ਕੈਨੇਡਾ ਵਿੱਚ ਡੈਲਟਾ ਵੇਰੀਐਂਟ ਦੇ ਖਤਰੇ ਨੂੰ ਦੇਖਦਿਆਂ ਭਾਰਤ ਤੋਂ ਆਉਣ ਵਾਲੀਆਂ ਫਲਾਈਟਸ ਤੇ ਪਾਬੰਦੀ ਲੱਗੀ ਹੋਈ ਹੈ, ਪਰ ਇਸ ਦੇ ਬਾਵਜੂਦ ਵਿਦੇਸ਼ਾਂ ਤੋਂ ਲਗਾਤਾਰ ਕਰੋਨਾ ਮਰੀਜ਼ ਮੁਲਕ ਵਿੱਚ ਦਾਖਲ ਹੋ ਰਹੇ ਨੇ। ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਨੇ ਬਾਹਰ ਫਸੇ ਬੈਠੇ ਮਾਈਗ੍ਰੈਂਟ ਵਰਕਰਾਂ ਨੂੰ ਵਾਪਸ ਨਿਊਜ਼ੀਲੈਂਡ ਲਿਆਉਣ ਲਈ ਸਰਕਾਰ ਨੂੰ 50 ਨਵੇਂ ਘਰ ਮੁਫਤ ਦੇਣ ਦੀ ਪੇਸ਼ਕਸ਼ ਕੀਤੀ ਤਾਂ ਜੋ ਉਹਨਾਂ ਨੂੰ ਇੱਥੇ ਲਿਆ ਕੇ ਇਕਾਂਤਵਾਸ ਵਿੱਚ ਰੱਖਿਆ ਜਾ ਸਕੇ। ਇਹ ਪੇਸ਼ਕਸ਼ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਾਰੇ ਭਾਰਤੀ ਵਾਪਸ ਨਹੀਂ ਆ ਜਾਂਦੇ। ਇਮੀਗ੍ਰੇਸ਼ਨ ਮਿਨਿਸਟਰ ਨੇ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਹੈ ਕਿ ਉਹ ਅਗਲੇ ਫੈਸਲਿਆਂ ਵਾਸਤੇ ਇਸ ਦਾ ਖਿਆਲ ਰੱਖਣਗੇ। ਹਾਲਾਂਕਿ ਮਿਨਿਸਟਰ ਨੇ ਕੋਈ ਨਵਾਂ ਐਲਾਨ ਨਹੀਂ ਕੀਤਾ ਅਤੇ ਕੋਈ ਤਸੱਲੀ ਬਖਸ਼ ਜਵਾਬ ਵੀ ਨਹੀਂ ਦਿੱਤਾ। ਸਿਰਫ ਬਾਰਡਰ ਪਾਲਿਸੀ ਰਾਹੀਂ ਨਿਊਜ਼ੀਲੈਂਡ ਵਾਸੀਆਂ ਨੂੰ ਪਹਿਲ ਦੇ ਆਧਾਰ ਤੇ ਸੁਰੱਖਿਅਤ ਰੱਖਣ ਦਾ ਹੀ ਗੁਣਗਾਨ ਕਰਦੇ ਰਹੇ। ਪਰਮਾਨੈਂਟ ਰੈਜ਼ੀਡੈਂਸੀ ਲਈ ਜਮ੍ਹਾਂ ਕਰਵਾਈ ਜਾਣ ਵਾਲੀ ਫਾਈਲ ਤੋਂ ਪਹਿਲਾਂ ਇੱਕ ਹੋਰ ਦਰਖਾਸਤ ਭਾਵ EI ਬਾਰੇ ਵੀ ਮੰਗ ਪੱਤਰ ਰਾਹੀਂ 16 ਮਹੀਨਿਆਂ ਤੋਂ ਧੂੜ ਫੁੱਕ ਰਹੀਆਂ ਅਰਜ਼ੀਆਂ ਤੇ ਧਿਆਨ ਦਿਵਾਉਂਦਿਆਂ ਕਿਹਾ ਗਿਆ ਹੈ ਕਿ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸਕਿਲਡ ਵਰਕਰਾਂ ਦੀਆਂ 15 ਤੋਂ 20 ਹਜ਼ਾਰ ਅਰਜ਼ੀਆਂ ਤੇ ਕੋਈ
ਅਮਲ ਨਹੀਂ ਹੋ ਰਿਹਾ, ਜਿਨ੍ਹਾਂ ਦੇ ਦੇਸ਼ 'ਚ ਮੌਜੂਦਾ ਇਮੀਗ੍ਰੇਸ਼ਨ ਪਾਲਿਸੀ ਦੇ ਆਧਾਰ ਤੇ ਤੁਰੰਤ ਪ੍ਰੋਸੈਸਿੰਗ ਸ਼ੁਰੂ ਹੋਣੀ ਚਾਹੀਦੀ ਹੈ, ਕਿਉਂਕਿ ਕੋਈ ਯੋਗ ਸਕਿਲਡ ਵਰਕਰਾਂ ਨੂੰ ਫੈਸਲੇ ਦੀ ਉਡੀਕ 'ਚ 2 ਸਾਲ ਤੋਂ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਕੋਵਿਡ-19 ਦੀ ਵਜ੍ਹਾ ਕਾਰਨ ਗੈਰ ਕਾਨੂੰਨੀ ਢੰਗ ਨਾਲ ਰਹਿਣ ਲਈ ਮਜਬੂਰ ਹੋ ਚੁੱਕੇ ਮਾਈਗ੍ਰੈਂਟ ਵਰਕਰਾਂ ਨੂੰ ਇਮੀਗ੍ਰੇਸ਼ਨ ਐਕਟ ਦੇ ਸੈਕਸ਼ਨ 61 ਤਹਿਤ ਵੀਜ਼ਾ ਪਾਉਣ ਦੀ ਆਗਿਆ ਮੰਗੀ ਗਈ, ਜੋ ਦੇਸ਼ ਦੀ ਇਕਨੋਮੀ 'ਚ ਟੈਕਸਾਂ ਰਾਹੀਂ ਵੱਡਾ ਯੋਗਦਾਨ ਪਾ ਚੁੱਕੇ ਨੇ, ਜਿਸ ਕਰਕੇ ਇਹ ਤਜਰਬੇਕਾਰ ਵਰਕਰ ਦੇਸ਼ ਵਿੱਚ ਕਾਮਿਆਂ ਦੀ ਥੋੜ ਵਾਲੇ ਖੱਪੇ ਨੂੰ ਪੂਰਨ ਲਈ ਸਹਾਈ ਸਿੱਧ ਹੋ ਸਕਦੇ ਹਨ। ਕੈਲੀਫੋਰਨੀਆ ਪੁਲਿਸ ਨੇ ਨਸ਼ਿਆਂ ਖਿਲਾਫ ਚਲਾਈ ਆਪਣੀ ਮੁਹਿੰਮ ਦੌਰਾਨ ਕਾਰਵਾਈ ਕਰਦਿਆਂ 1.19 ਬਿਲੀਅਨ ਡਾਲਰ ਦੇ ਕਰੀਬ ਭੰਗ ਜ਼ਬਤ ਕੀਤੀ। ਇਸ ਬਾਰੇ ਲਾਸ ਏਂਜਲਸ ਕਾਉਂਟੀ ਸ਼ਹਿਰ ਵਿਭਾਗ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੱਖਣੀ ਕੈਲੀਫੋਰਨੀਆ ਵਿੱਚ ਅਧਿਕਾਰੀਆਂ ਨੇ ਲਗਭਗ 1.19 ਬਿਲੀਅਨ ਡਾਲਰ ਦੀ 16 ਟਨ ਤੋਂ ਵੱਧ ਭੰਗ ਜ਼ਬਤ ਕੀਤੀ ਹੈ। ਪੁਲਿਸ ਦੁਆਰਾ 10 ਟਨ ਦੀ ਆਪਣੀ ਕਾਰਵਾਈ ਦੌਰਾਨ ਸਭ ਤੋਂ ਵੱਡੀ ਭੰਗ ਦੀ ਗੈਰ ਕਾਨੂੰਨੀ ਖੇਤੀ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਅਨੁਸਾਰ 8 ਜੂਨ ਤੋਂ ਸ਼ੁਰੂ ਹੋਏ ਇਸ ਅਭਿਆਨ ਵਿੱਚ ਸਰਚ ਵਾਰੰਟ ਦੇ ਨਾਲ 200 ਤੋਂ ਵੱਧ ਥਾਵਾਂ ਤੇ ਕਾਰਵਾਈ ਦੇ ਨਤੀਜੇ ਵਜੋਂ 150 ਦੇ ਕਰੀਬ ਗ੍ਰਿਫਤਾਰੀਆਂ ਕੀਤੀਆਂ ਗਈਆਂ। ਇਸ ਦੇ ਨਾਲ ਹੀ ਖੇਤਾਂ ਵਿੱਚੋਂ ਤਕਰੀਬਨ 3,75,000 ਭੰਗ ਦੇ ਪੌਦੇ ਅਤੇ 33,480 ਪੌਂਡ ਕੱਟੀ ਹੋਈ ਭੰਗ ਸਮੇਤ 65 ਵਾਹਨ, 180 ਜਾਨਵਰ ਅਤੇ 28,000 ਡਾਲਰ ਦੀ ਨਕਦੀ ਜ਼ਬਤ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵੱਡੇ ਪੱਧਰ ਤੇ ਗੈਰ ਕਾਨੂੰਨੀ ਭੰਗ ਦੀ ਖੇਤੀ ਕਰਨ ਪਿੱਛੇ ਅੰਤਰਰਾਸ਼ਟਰੀ ਗਰੋਹਾਂ ਦਾ ਹੱਥ ਹੈ। ਕੈਲੀਫੋਰਨੀਆ ਦੁਆਰਾ ਸਾਲ 2018 ਵਿੱਚ ਰਿਕ੍ਰੀਏਸ਼ਨਲ ਤੌਰ ਤੇ ਭੰਗ ਦੀ ਵਰਤੋਂ ਨੂੰ ਕਾਨੂੰਨੀ ਕੀਤੇ ਜਾਣ ਦੇ ਬਾਅਦ ਭੰਗ ਦੀ ਗੈਰ ਕਾਨੂੰਨੀ ਖੇਤੀ ਵਿੱਚ ਵਾਧਾ ਹੋਇਆ। ਅਧਿਕਾਰੀਆਂ ਨੇ ਕਿਹਾ ਕਿ ਗੈਰ ਕਾਨੂੰਨੀ ਭੰਗ ਦੀ ਖੇਤੀ ਵਿੱਚ ਪਾਣੀ ਦੀ ਚੋਰੀ, ਮਨੁੱਖੀ ਤਸਕਰੀ, ਪ੍ਰਦੂਸ਼ਣ ਅਤੇ ਸੁਰੱਖਿਆ ਸੰਬੰਧੀ ਖਤਰੇ ਵੀ ਸ਼ਾਮਲ ਹਨ। ਕੋਰੋਨਾ ਵਾਇਰਸ ਮਹਾਮਾਰੀ ਨੇ ਵਿਸ਼ਵ ਭਰ ਵਿੱਚ ਲੱਖਾਂ ਹੀ ਲੋਕਾਂ ਦੀ ਜਾਨ ਲਈ ਹੈ। ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਵਿਸ਼ਵ ਵਿਆਪੀ ਮੌਤਾਂ ਦੀ ਗਿਣਤੀ ਨੇ ਬੁੱਧਵਾਰ ਨੂੰ 4 ਮਿਲੀਅਨ ਦਾ ਅੰਕੜਾ ਛੂ ਲਿਆ। ਜੌਨਸ ਹੌਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਸੰਸਾਰ ਵਿੱਚ ਕੇਸਾਂ ਦੀ ਗਿਣਤੀ ਵੀ 185 ਮਿਲੀਅਨ ਤੋਂ ਉੱਪਰ ਹੈ। ਅਮਰੀਕਾ ਵਿੱਚ ਦੁਨੀਆ ਭਰ ਵਿੱਚ ਕੋਰੋਨਾ ਮੌਤਾਂ ਦੀ ਗਿਣਤੀ 6 ਲੱਖ ਤੋਂ ਵੱਧ ਮੌਤਾਂ ਨਾਲ ਸਭ ਤੋਂ ਜ਼ਿਆਦਾ ਹੈ। ਇਸ ਦੇ ਬਾਅਦ ਬ੍ਰਾਜ਼ੀਲ 5,20,000 ਤੋਂ ਵੱਧ ਮੌਤਾਂ ਨਾਲ ਦੂਜੇ ਨੰਬਰ ਤੇ ਹੈ। ਇਸ ਦੇ ਨਾਲ ਹੀ ਕੋਰੋਨਾ ਵੈਕਸੀਨ ਦੀਆਂ ਤਕਰੀਬਨ 3 ਟ੍ਰਿਲੀਅਨ ਖੁਰਾਕਾਂ ਪੂਰੀ ਦੁਨੀਆ ਵਿੱਚ ਦਿੱਤੀਆਂ ਗਈਆਂ। ਅਮਰੀਕਾ ਵਿੱਚ ਯੇਲ ਯੂਨੀਵਰਸਿਟੀ ਅਤੇ ਕਾਮਨਵੈਲਥ ਫੰਡ ਦੁਆਰਾ ਜਾਰੀ ਕੀਤੇ ਗਏ ਇੱਕ ਨਵੇਂ ਅਧਿਐਨ ਦੇ ਅਨੁਸਾਰ ਅਮਰੀਕਾ ਦੇ ਟੀਕਾਕਰਨ ਪ੍ਰੋਗਰਾਮ ਦੇ ਲਗਭਗ 2,79,000 ਵਾਧੂ ਮੌਤਾਂ ਅਤੇ 1.25 ਮਿਲੀਅਨ ਤੱਕ ਦੇ ਹਸਪਤਾਲਾਂ ਨੂੰ ਦਾਖਲਿਆਂ ਤੋਂ ਰੋਕਿਆ ਗਿਆ ਹੈ। ਅਮਰੀਕਾ ਦੀ ਸੰਸਥਾ CDC ਦੇ ਅੰਕੜਿਆਂ ਅਨੁਸਾਰ ਲਗਭਗ 50% ਅਮਰੀਕੀ ਪੂਰੀ ਤਰ੍ਹਾਂ ਟੀਕੇ ਲਗਵਾ ਚੁੱਕੇ ਹਨ। ਇਸ ਅਧਿਐਨ ਵਿੱਚ ਦੱਸਿਆ ਗਿਆ ਹੈ ਕਿ ਜੇ ਅਮਰੀਕਾ ਵਿੱਚ ਕੋਰੋਨਾ ਟੀਕਾਕਰਨ ਦਾ ਕੋਈ ਪ੍ਰੋਗਰਾਮ ਨਾ ਹੁੰਦਾ ਤਾਂ ਕੋਵਿਡ-19 ਕਰਕੇ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਤਕਰੀਬਨ 4,500 ਤੱਕ ਪਹੁੰਚ ਸਕਦੀ। ਇਸ ਦੇ ਇਲਾਵਾ CDC ਅਨੁਸਾਰ ਅਮਰੀਕਾ ਵਿੱਚ ਮੌਜੂਦ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਵਾਇਰਸ ਦਾ ਡੈਲਟਾ ਵੇਰੀਐਂਟ 51.7% ਨਾਲ ਦਰਜ ਕੀਤਾ ਜਾ ਰਿਹਾ ਹੈ। ਇੰਡੀਆਨਾ ਵਿੱਚ ਇੱਕ ਬੰਦੂਕਧਾਰੀ ਨੇ ਇੱਕ ਸੰਘੀ ਇਮਾਰਤ ਦੇ ਬਾਹਰ FBI ਟਾਸਕ ਫੋਰਸ ਦੇ ਅਧਿਕਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ 30 ਸਾਲਾ ਗ੍ਰੇਗ ਫਰੈਂਸੀ ਨਾਮੀ ਅਧਿਕਾਰੀ ਦੀ ਬੰਦੂਕਧਾਰੀ ਇਮਾਰਤ ਦੇ ਬਾਹਰ ਉਡੀਕ ਕਰ ਰਿਹਾ ਸੀ ਤੇ ਜਿਉਂ ਹੀ ਫਰੈਂਸੀ ਇਮਾਰਤ ਵਿੱਚੋਂ ਬਾਹਰ ਆਇਆ ਤਾਂ ਉਸ ਵੱਲੋਂ ਘਾਤ ਲੈ ਕੇ ਚਲਾਈਆਂ ਗੋਲੀਆਂ ਨਾਲ ਫਰੈਂਸੀ ਦੀ ਮੌਤ ਹੋ ਗਈ। ਇਸ ਦੌਰਾਨ ਇਮਾਰਤ ਵਿੱਚੋਂ FBI ਦਾ ਇੱਕ ਵਿਸ਼ੇਸ਼ ਅਧਿਕਾਰੀ ਬਾਹਰ ਨਿਕਲਿਆ ਤੇ ਉਸਨੇ ਹਮਲਾਵਰ ਨੂੰ ਚੁਣੌਤੀ ਦਿੱਤੀ। ਵਿਸ਼ੇਸ਼ ਅਧਿਕਾਰੀ ਵੱਲੋਂ ਚਲਾਈਆਂ ਗੋਲੀਆਂ ਨਾਲ ਹਮਲਾਵਰ ਵੀ ਜ਼ਖਮੀ ਹੋ ਗਿਆ, ਪਰ ਉਹ ਮੌਕੇ ਤੋਂ ਆਪਣੇ ਟਰੱਕ ਵਿੱਚ ਭੱਜਣ 'ਚ ਸਫਲ ਰਿਹਾ। ਬਾਅਦ ਵਿੱਚ ਪੁਲਿਸ ਨੇ ਉਸ ਨੂੰ ਇੱਕ ਹਸਪਤਾਲ ਵਿੱਚੋਂ ਲੱਭ ਲਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। US ਅਟਾਰਨੀ ਦੇ ਦਫ਼ਤਰ ਨੇ ਦੋਸ਼ੀ ਦੀ ਪਛਾਣ ਸ਼ੇਨ ਮੀਹਨ ਵਜੋਂ ਕੀਤੀ। 44 ਸਾਲਾ ਮੀਹਨ ਵਿਰੁੱਧ ਇੱਕ ਸੰਘੀ ਅਧਿਕਾਰੀ ਦੀ ਹੱਤਿਆ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਉਸ ਨੂੰ ਉਮਰ ਕੈਦ ਹੋ ਸਕਦੀ ਹੈ। US ਅਟਾਰਨੀ ਜੌਹਨ ਚਾਈਲਡਰੈਸ ਨੇ ਕਿਹਾ ਹੈ ਕਿ ਲਾਅ ਇਨਫੋਰਸਮੈਂਟ ਅਧਿਕਾਰੀ ਉੱਪਰ ਹਮਲਾ ਸਾਡੇ ਸਾਰਿਆਂ ਉੱਪਰ ਹਮਲਾ ਹੈ। ਮੈਂ ਨਿਆਂ ਵਿਭਾਗ ਦੀ ਤਰਫੋਂ ਫਰੈਂਸੀ ਦੇ ਪਰਿਵਾਰ ਤੇ ਉਸਦੇ ਸਾਥੀਆਂ ਨਾਲ ਡੂੰਘੀ ਹਮਦਰਦੀ ਦੇ ਦੁੱਖ ਪ੍ਰਗਟ ਕਰਦਾ ਹਾਂ। ਫਰੈਂਸੀ ਨੇ ਆਪਣੇ ਕੈਰੀਅਰ ਦੌਰਾਨ ਬੇਲਾਗ ਪੂਰੀ ਸਮਰਪਿਤ ਭਾਵਨਾ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ। ਫਲੋਰੀਡਾ ਦੇ ਸਰਫਸਾਈਡ ਵਿੱਚ ਢਹਿ-ਢੇਰੀ ਹੋਈ ਬਿਲਡਿੰਗ ਦੇ ਮਲਬੇ ਵਿੱਚ ਦੱਬੇ ਹੋਏ ਲੋਕਾਂ ਦੀ ਭਾਲ ਲਈ ਕੀਤੇ ਜਾ ਰਹੇ ਬਚਾਅ ਕਾਰਜਾਂ ਨੂੰ ਰਿਕਵਰੀ ਯਤਨਾਂ ਵਿੱਚ ਤਬਦੀਲ ਕੀਤਾ ਗਿਆ ਤਾਂ ਜੋ ਮਲਬੇ ਹੇਠਲੇ ਲੋਕਾਂ ਨੂੰ ਜਲਦੀ ਕੱਢਿਆ ਜਾ ਸਕੇ। ਮਿਆਮੀ-ਡੇਡ ਕਾਉਂਟੀ ਦੀ ਮੇਅਰ ਡੈਨੀਲਾ ਲੇਵਿਨ ਕਾਵਾ ਨੇ ਦੱਸਿਆ ਹੈ ਕਿ ਇਮਾਰਤ ਡਿੱਗਣ ਤੋਂ 2 ਹਫ਼ਤਿਆਂ ਬਾਅਦ ਘੱਟੋ-ਘੱਟ 65 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ 78 ਦੇ ਕਰੀਬ ਅਜੇ ਵੀ ਲਾਪਤਾ ਨੇ। ਕਾਵਾ ਨੇ ਬੁੱਧਵਾਰ ਨੂੰ ਬੋਲਦਿਆਂ ਕਿਹਾ ਕਿ ਪ੍ਰਸ਼ਾਸਨ ਨੇ ਮਲਬੇ ਹੇਠਾਂ ਦੱਬੇ ਹੋਏ ਲੋਕਾਂ ਲਈ ਸਰਚ ਐਂਡ ਰੈਸਕਿਊ ਆਪਰੇਸ਼ਨ ਵਿੱਚ ਸਾਰੇ ਸਾਧਨਾਂ ਦੀ ਵਰਤੋਂ ਕਰ ਲਈ ਹੈ ਅਤੇ
ਇਸ ਸੰਬੰਧੀ ਬਚਾਅ ਕਾਰਜਾਂ ਨੂੰ ਰਿਕਵਰੀ ਯਤਨਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਬਹੁਤ ਮੁਸ਼ਕਿਲ ਹੈ। ਸਰਫਸਾਈਡ ਕੰਡੋ ਇਮਾਰਤ ਦੇ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਬੁੱਧਵਾਰ ਨੂੰ ਉਸ ਵੇਲੇ ਵਾਧਾ ਹੋਇਆ ਜਦੋਂ ਮਲਬੇ ਵਿੱਚੋਂ 18 ਹੋਰ ਲਾਸ਼ਾਂ ਬਰਾਮਦ ਹੋਈਆਂ। ਇਸ ਸੰਬੰਧੀ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਸੰਕੇਤ ਨਹੀਂ ਮਿਲ ਰਿਹਾ ਕਿ ਮਿਲ ਰਹੇ ਲੋਕਾਂ ਵਿੱਚੋਂ ਕੋਈ ਜਿਉਂਦਾ ਵੀ ਹੋਵੇਗਾ। ਸਰਫਾਈਡ ਮੇਅਰ ਚਾਰਲਸ ਬਰਕੇਟ ਅਨੁਸਾਰ ਮਲਬੇ ਹਿੰਟ ਕਿਸੇ ਦੇ ਵੀ ਜ਼ਿੰਦਾ ਹੋਣ ਦੀ ਸੰਭਾਵਨਾ 0 ਦੇ ਨੇੜੇ ਹੈ। ਬਿਲਡਿੰਗ ਸੰਬੰਧੀ ਬਚਾਅ ਕਾਰਜਾਂ ਨੂੰ ਰਿਕਵਰੀ ਵਿੱਚ ਤਬਦੀਲੀ ਦੌਰਾਨ ਮੌਨ ਵੀ ਧਾਰਿਆ ਗਿਆ ਅਤੇ ਵਿਛੜ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਕੈਲੀਫੋਰਨੀਆ ਦੇ ਪੰਜਾਬੀ ਬਹੁ ਗਿਣਤੀ ਵਾਲੇ ਸ਼ਹਿਰ ਯੂਵਾ ਸਿਟੀ ਵਿੱਚ ਭੂਚਾਲ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਝਟਕਿਆਂ ਨੂੰ ਨਾਲ ਲੱਗਦੇ ਸ਼ਹਿਰ ਵਿੱਚ ਵੀ ਮਹਿਸੂਸ ਕੀਤਾ ਗਿਆ। ਭੂਚਾਲ ਦੇ ਝਟਕੇ ਮਹਿਸੂਸ ਕਰਦਿਆਂ ਹੀ ਲੋਕ ਘਰਾਂ, ਦਫ਼ਤਰਾਂ ਅਤੇ ਸ਼ਾਪਿੰਗ ਮਾਲਾਂ ਵਿੱਚੋਂ ਬਾਹਰ ਨਿਕਲ ਆਏ। ਭੂ ਵਿਗਿਆਨੀਆਂ ਮੁਤਾਬਕ ਇਹ ਭੂਚਾਲ 5.9 ਮੈਗਨੀਚਿਊਡ ਸ਼ਕਤੀ ਵਾਲਾ ਸੀ। ਯਾਦ ਰਹੇ ਕੈਲੀਫੋਰਨੀਆ ਵਿੱਚ 5.0 ਅਤੇ 6.0 ਮੈਗਨੀਚਿਊਡ ਸ਼ਕਤੀ ਵਾਲੇ 5-6 ਭੂਚਾਲ ਔਸਤ ਹਰ ਸਾਲ ਆਉਂਦੇ ਰਹਿੰਦੇ ਨੇ। ਕਿਸੇ ਨੁਕਸਾਨ ਦੀ ਅਜੇ ਤੱਕ ਕੋਈ ਖਬਰ ਨਹੀਂ ਹੈ। ਇਰਾਕ ਦੀ ਰਾਜਧਾਨੀ ਬਗਦਾਦ ਦੇ ਭਾਰੀ ਸੁਰੱਖਿਆ ਵਾਲੇ ਗ੍ਰੀਨ ਜ਼ੋਨ ਵਿੱਚ ਅਮਰੀਕੀ ਦੂਤਘਰ ਕੋਲ ਵੀਰਵਾਰ ਸਵੇਰੇ ਫਿਰ ਕਈ ਰਾਕੇਟ ਆ ਕੇ ਡਿੱਗੇ, ਜਿਸ ਨਾਲ ਕੁਝ ਨੁਕਸਾਨ ਹੋਣ ਦੀ ਖਬਰ ਹੈ। ਇਰਾਕੀ ਸੁਰੱਖਿਆ ਫੋਰਸਾਂ ਨੇ ਦੱਸਿਆ ਕਿ 2 ਕਾਤਿਊਸ਼ਾ ਰਾਕੇਟ ਰਾਸ਼ਟਰੀ ਸੁਰੱਖਿਆ ਭਵਨ ਕੋਲ ਅਤੇ ਗ੍ਰੀਨ ਜ਼ੋਨ ਦੇ ਅੰਦਰ ਖੁੱਲੇ ਵਿਹੜੇ ਵਿੱਚ ਡਿੱਗੇ। ਤੀਸਰਾ ਰਾਕੇਟ ਨੇੜੇ ਦੇ ਰਿਹਾਇਸ਼ੀ ਇਲਾਕੇ ਵਿੱਚ ਡਿੱਗਿਆ, ਜਿਸ ਨਾਲ ਇੱਕ ਨਾਗਰਿਕ ਦਾ ਵਾਹਨ ਨੁਕਸਾਨਿਆ ਗਿਆ। ਵੀਰਵਾਰ ਨੂੰ ਤੜਕੇ ਹੋਏ ਇਸ ਹਮਲੇ ਤੋਂ ਪਹਿਲਾਂ ਪੱਛਮੀ ਇਰਾਕ ਅਤੇ ਸੀਰੀਆ ਵਿੱਚ ਸਰਹੱਦ ਨੇੜੇ ਅਮਰੀਕੀ ਫੌਜੀਆਂ ਦੇ ਅੱਡਿਆਂ ਤੇ 2 ਵੱਖ-ਵੱਖ ਰਾਕੇਟ ਹਮਲੇ ਹੋਏ ਸਨ, ਜਿੱਥੇ ਅਮਰੀਕੀ ਗੱਠਜੋੜ ਫੋਰਸ ਤਾਇਨਾਤ ਹੈ। ਪੈਂਟਾਗਨ ਨੇ ਬੁੱਧਵਾਰ ਨੂੰ ਰਾਕੇਟ ਹਮਲੇ ਵਿੱਚ 2 ਅਮਰੀਕੀ ਫੌਜੀਆਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ। ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਕਾਰ ਦੇ ਦਰਖਤ 'ਚ ਵੱਜਣ ਮਗਰੋਂ ਇੱਕ 19 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ਤੋਂ ਮਿਲੀ। ਰਿਪੋਰਟ ਅਨੁਸਾਰ ਆਬੂ ਧਾਬੀ ਦੇ ਯਾਸ ਟਾਪੂ ਤੇ ਬੁੱਧਵਾਰ ਨੂੰ ਇਬਾਦ ਅਜ਼ਮਲ ਕਾਰ ਚਲਾ ਰਿਹਾ ਸੀ ਤੇ ਇਸੇ ਦੌਰਾਨ ਹਾਦਸਾ ਵਾਪਰ ਗਿਆ। ਪਿਛਲੇ ਮਹੀਨੇ ਹੀ ਉਹ ਆਪਣੇ ਮਾਪਿਆਂ ਨਾਲ ਸਮਾਂ ਬਿਤਾਉਣ ਲਈ ਆਬੂ ਧਾਬੀ ਆਇਆ ਸੀ। ਇਹ ਪਰਿਵਾਰ ਕੇਰਲ ਦੇ ਕੁਨੂਰ ਜ਼ਿਲ੍ਹੇ ਨਾਲ ਸੰਬੰਧਿਤ ਹੈ। ਪਰਿਵਾਰ ਦੇ ਇੱਕ ਨੇੜਲੇ ਦੋਸਤ ਨੇ ਕਿਹਾ, ਇਬਾਦ ਕਾਰ ਵਿੱਚ ਇਕੱਲਾ ਸੀ ਅਤੇ ਸ਼ਾਇਦ ਉਸਨੇ ਸ਼ਰਾਬ ਵੀ ਪੀਤੀ ਹੋਈ ਸੀ। ਆਬੂ ਧਾਬੀ ਇੰਡੀਅਨ ਸਕੂਲ ਦਾ ਸਾਬਕਾ ਵਿਦਿਆਰਥੀ ਇਬਾਦ ਬਰਤਾਨੀਆ ਵਿੱਚ ਸਾਊਥ ਵੇਲਜ਼ ਯੂਨੀਵਰਸਿਟੀ ਦੇ ਕਾਰਡਿਫ ਕੈਂਪਸ ਵਿੱਚ ਏਅਰਕ੍ਰਾਫਟ ਇੰਜੀਨੀਅਰਿੰਗ ਕਰ ਰਿਹਾ ਸੀ। ਇੰਟਰਨੈਟ ਸਰਚ ਇੰਜਨ ਗੂਗਲ ਖਿਲਾਫ ਅਮਰੀਕਾ ਦੇ 36 ਸੂਬਿਆਂ ਤੇ ਜ਼ਿਲ੍ਹਾ ਕੋਲੰਬੀਆ ਤੇ ਸੰਘੀ ਅਦਾਲਤ 'ਚ ਮੁਕੱਦਮਾ ਦਰਜ ਕੀਤਾ ਹੈ। ਗੂਗਲ ਤੇ ਦੋਸ਼ ਹੈ ਕਿ ਉਸਨੇ ਆਪਣੇ ਮੋਬਾਈਲ ਐਪ ਸਟੋਰ ਦੀ ਦੁਰਵਰਤੋਂ ਕਰਦੇ ਹੋਏ ਆਪਣੇ ਬਾਜ਼ਾਰ ਦੀ ਸ਼ਕਤੀ ਨੂੰ ਵਧਾਇਆ। ਸੌਫਟਵੇਅਰ ਡਿਵੈਲਪਰ ਸਖਤ ਨਿਯਮ ਸ਼ਰਤਾਂ ਤਹਿਤ ਗੂਗਲ ਦੀਆਂ ਮਨਮਾਨੀਆਂ ਕਾਰਨ ਕਾਨੂੰਨੀ ਚੁਣੌਤੀਆਂ ਦਾ ਸ਼ਿਕਾਰ ਹੋ ਰਹੇ ਨੇ। ਗੂਗਲ ਖਿਲਾਫ ਅਕਤੂਬਰ ਤੋਂ ਬਾਅਦ ਹੁਣ ਤੱਕ ਸੰਘੀ ਅਦਾਲਤ 'ਚ ਕੰਪਨੀਆਂ ਦਾ ਸਮਾਨ ਉੱਚ ਰੇਟਾਂ ਤੇ ਵੇਚਣ ਦੇ ਅਵਿਸ਼ਵਾਸ ਕਾਨੂੰਨ ਤਹਿਤ ਜਾਂ ਚੌਥਾ ਮੁਕੱਦਮਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਕੰਪਨੀ ਦੇ ਬੇਹੱਦ ਕਮਾਊ ਐਪ ਸਟੋਰ ਨੂੰ ਲੈ ਕੇ ਊਟਾ, ਨਾਰਥ ਕੈਰੋਲੀਨਾ, ਨਿਊਯਾਰਕ ਤੇ ਟੈਨੇਸੀ ਦੀ ਅਗਵਾਈ 'ਚ ਕੈਲੀਫੋਰਨੀਆ ਦੇ ਉੱਤਰੀ ਜ਼ਿਲ੍ਹੇ 'ਚ ਸਥਿਤ ਇੱਕ ਸੰਘੀ ਅਦਾਲਤ 'ਚ ਕੇਸ ਦਰਜ ਹੋਇਆ। ਗੂਗਲ ਖਿਲਾਫ ਇਸ ਮਾਮਲੇ ਨੂੰ ਲਿਆਉਣ ਵਾਲੇ ਮੋਬਾਈਲ ਐਪ ਦੇ ਡਿਵੈਲਪਰਸ ਦਾ ਕਹਿਣਾ ਹੈ ਕਿ ਇਹ ਅਮਰੀਕੀ ਕੰਪਨੀ ਆਪਣੀ ਹੀ ਪ੍ਰਣਾਲੀ ਰਾਹੀਂ ਉਹਨਾਂ ਦੇ ਉਤਪਾਦਾਂ ਨੂੰ ਲੈ ਕੇ ਕੁਝ ਰਕਮ ਵਸੂਲਦੀ ਹੈ। ਗੂਗਲ ਦੀ ਇਹ ਪ੍ਰਣਾਲੀ ਕਈ ਟ੍ਰਾਂਜੈਕਸ਼ਨਸ ਹੋਣ ਤੇ ਉਸ ਦਾ ਲਗਭਗ 30% ਦੀ ਫੀਸ ਲੈਂਦੀ ਹੈ। ਇਸ ਦੇ ਚੱਲਦਿਆਂ ਡਿਵੈਲਪਰਸ ਨੂੰ ਵੀ ਆਪਣੀਆਂ ਸੇਵਾਵਾਂ ਉੱਚੇ ਰੇਟ ਤੇ ਦੇਣੀਆਂ ਪੈਂਦੀਆਂ ਨੇ। ਇਸ ਮੁਕੱਦਮੇ 'ਚ ਇਹਨਾਂ ਸਾਰੀਆਂ ਚਿੰਤਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਹੈ ਕਿ ਗੂਗਲ ਨੇ ਆਪਣੇ ਐਂਡਰੋਇਡ ਸਮਾਰਟ ਅਤੇ ਆਪਰੇਟਿੰਗ ਸਿਸਟਮ 'ਚ ਮੋਬਾਈਲ ਐਪਸ ਦੀ ਵੰਡ ਤੇ ਉਸ ਦਾ ਪੂਰਾ ਕੰਟਰੋਲ ਹੋਣ ਦੀ ਸ਼ਿਕਾਇਤ ਕੀਤੀ ਹੈ। ਅਮਰੀਕਾ 'ਚ ਗਰਮੀ ਦਾ ਭਿਆਨਕ ਕਹਿਰ ਤੇ ਜ਼ਬਰਦਸਤ ਲੂ ਚੱਲ ਰਹੀ ਹੈ। ਕੁਝ ਇਲਾਕਿਆਂ 'ਚ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ। ਓਰੇਗਨ 'ਚ ਗਰਮੀ ਦੇ ਕਾਰਨ ਪਿਛਲੇ ਇੱਕ ਹਫ਼ਤੇ 'ਚ 116 ਲੋਕਾਂ ਦੀ ਮੌਤ ਹੋ ਗਈ। ਫਲੋਰੀਡਾ 'ਚ ਤੂਫਾਨ ਐਲਸਾ ਨਾਲ ਨੁਕਸਾਨ ਹੋਇਆ। ਥਾਂ-ਥਾਂ ਦਰਖਤ ਡਿੱਗ ਗਏ। ਵਾਹਨਾਂ ਦੇ ਵੀ ਤੂਫਾਨ ਦੀ ਲਪੇਟ ਵਿੱਚ ਆਉਣ ਦੀ ਜਾਣਕਾਰੀ ਮਿਲੀ। ਅਮਰੀਕਾ ਦੇ ਉੱਤਰ ਪੱਛਮੀ ਖੇਤਰ ਵਿੱਚ ਪਿਛਲੇ ਕਈ ਦਿਨਾਂ ਤੋਂ ਝੁਲਸਾਉਣ ਵਾਲੀ ਗਰਮੀ ਦਾ ਦੌਰ ਚੱਲ ਰਿਹਾ। ਇੱਥੇ ਲੂ ਚੱਲ ਰਹੀ ਹੈ ਤੇ ਸਥਾਨ ਲੋਕ ਪਰੇਸ਼ਾਨ ਹਨ। ਓਰੇਗਨ 'ਚ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਸਿਹਤ ਵਿਭਾਗ ਦੇ ਮੁਤਾਬਕ ਪਿਛਲੇ ਇੱਕ ਹਫ਼ਤੇ 'ਚ ਇੱਥੇ 116 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ 37 ਤੋਂ 97 ਸਾਲ ਦੀ ਉਮਰ ਦੇ ਲੋਕ ਨੇ। ਓਰੇਗਨ ਦੀ ਗਵਰਨਰ ਕ੍ਰੈਟ ਬਰਾਊਨ ਨੇ ਕਿਹਾ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਗਰਮੀ ਨਾਲ ਘੱਟ ਤੋਂ ਘੱਟ ਨੁਕਸਾਨ ਹੋਵੇ ਤੇ ਲੋਕਾਂ ਦੀ ਜਾਨ ਬਚਾਈ ਜਾ ਸਕੇ। ਯਾਦ ਰਹੇ ਕਿ ਕੈਨੇਡਾ ਤੇ ਅਮਰੀਕਾ ਦੇ ਉੱਤਰ ਪੱਛਮੀ ਇਲਾਕੇ 'ਚ ਗਰਮੀ ਕਾਰਨ ਹਾਲਾਤ ਖਰਾਬ ਨੇ। ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ 'ਚ ਤਾਂ ਮਰਨ ਵਾਲਿਆਂ ਦੀ ਗਿਣਤੀ ਸੈਂਕੜਿਆਂ 'ਚ ਹੈ। ਅਮਰੀਕਾ 'ਚ ਸੈਟਲ ਤੇ ਪੋਰਟਲੈਂਡ ਵਰਗੇ ਸ਼ਹਿਰ 'ਚ ਪਾਰਾ 46 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਵੈਂਬਲੇ ਸਟੇਡੀਅਮ ਵਿੱਚ ਸਿੱਖ ਫੁੱਟਬਾਲ ਪ੍ਰੇਮੀਆਂ ਨੂੰ ਕਿਰਪਾਨ ਪਹਿਨ ਕੇ ਮੈਚ ਦੇਖਣ ਦੀ ਆਗਿਆ ਹੈ। ਸਟੇਡੀਅਮ ਵੱਲੋਂ ਜਾਰੀ
ਜਾਣਕਾਰੀ ਅਨੁਸਾਰ ਅੰਮ੍ਰਿਤਧਾਰੀ ਸਿੱਖਾਂ ਲਈ ਵਿਸ਼ੇਸ਼ ਨੋਟਿਸ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਵੈਂਬਲੇ ਸਟੇਡੀਅਮ ਵਿੱਚ ਕਿਰਪਾਨ ਪਹਿਨਣ ਦੀ ਆਗਿਆ ਹੈ, ਪਰ ਕਿਰਪਾਨ ਹਰ ਸਮੇਂ ਕੱਪੜਿਆਂ ਹੇਠ ਹੋਣੀ ਲਾਜ਼ਮੀ ਹੈ। ਕਿਰਪਾਨ ਦੀ ਲੰਬਾਈ 4 ਇੰਚ ਅਤੇ ਮੁੱਠੇ ਸਮੇਤ 6 ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ। ਪ੍ਰਬੰਧਕਾਂ ਦੇ ਨਾਲ ਹੀ ਕਿਹਾ ਗਿਆ ਹੈ ਕਿ ਸਟੇਡੀਅਮ 'ਚ ਦਾਖਲ ਹੋਣ ਤੋਂ ਪਹਿਲਾਂ ਸੁਰੱਖਿਆ ਲਈ ਕਿਰਪਾਨ ਪਹਿਨੇ ਜਾਣ ਦੀ ਪੁਸ਼ਟੀ ਕਰਨੀ ਲਾਜ਼ਮੀ ਹੈ। ਵੈਂਬਲੇ ਸਟੇਡੀਅਮ ਦੇ ਕਰਮਚਾਰੀਆਂ ਨੂੰ ਕਿਰਪਾਨ ਦੀ ਮਹੱਤਤਾ ਬਾਰੇ ਵੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਗਲੋਬਲ ਪੱਧਰ ਤੇ ਫੈਲੀ ਕਰੋਨਾ ਮਹਾਮਾਰੀ ਨਾਲ ਬ੍ਰਿਟੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਟੀਕਾਕਰਨ ਦੇ ਬਾਵਜੂਦ ਦੇਸ਼ ਵਿੱਚ ਇੱਕ ਵਾਰ ਫਿਰ ਮਾਮਲਿਆਂ ਵਿੱਚ ਵਾਧਾ ਦੇਖਿਆ ਗਿਆ। ਇਸ ਦੌਰਾਨ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਕਰੋਨਾ ਮਹਾਮਾਰੀ ਦੌਰਾਨ ਮਾਰੇ ਗਏ ਅਤੇ ਦੁੱਖ ਸਹਿਣ ਵਾਲੇ ਯੂਕੇ ਵਾਸੀਆਂ ਤੋਂ ਮੁਆਫੀ ਮੰਗੀ। ਜੌਨਸਨ ਨੇ ਇਹ ਮੁਆਫੀ MP ਤਨਮਨਜੀਤ ਸਿੰਘ ਢੇਸੀ ਦੇ ਕਹਿਣ ਤੇ ਮੰਗੀ। ਅਸਲ ਵਿੱਚ ਢੇਸੀ ਨੇ ਸੰਸਦ ਵਿੱਚ ਬੋਲਦਿਆਂ ਕਿਹਾ ਕਿ ਕੋਵਿਡ-19 ਤਾਲਾਬੰਦੀ ਕਾਰਨ ਮੈਂ ਆਪਣੀ ਦਾਦੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਨਹੀਂ ਹੋ ਸਕਿਆ ਤੇ ਮੇਰੇ ਵਾਂਗ ਬਹੁਤ ਸਾਰੇ ਲੋਕ ਅਜਿਹੇ ਦਰਦ ਵਿੱਚੋਂ ਲੰਘੇ, ਜਦਕਿ ਸਰਕਾਰ ਦੇ ਸਲਾਹਕਾਰ ਡੋਮਿਨਿਕ ਕਮਿੰਗਸ ਅਤੇ ਹੋਰ ਲੋਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਰਹੇ। ਟੋਰੀ ਮੰਤਰੀ ਮਿਸਟਰ ਕਮਿੰਗਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ। ਪ੍ਰਧਾਨ ਮੰਤਰੀ ਬੋਰਿਸ ਨੇ ਸਿਹਤ ਮੰਤਰੀ ਮੈਟ ਹਨਕੁਕ ਨੂੰ ਤੁਰੰਤ ਸਰਕਾਰ ਵਿੱਚੋਂ ਬਾਹਰ ਕਰਨ ਵਿੱਚ ਵੀ ਦੇਰੀ ਕੀਤੀ। ਢੇਸੀ ਦੇ ਸਵਾਲਾਂ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਦੇਸ਼ ਵਾਸੀਆਂ ਤੋਂ ਮੁਆਫੀ ਮੰਗਦਿਆਂ ਕਿਹਾ ਕਿ ਉਹ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਅਤੇ ਬੀਤ ਚੁੱਕੇ ਸਮੇਂ ਨੂੰ ਵਾਪਸ ਨਹੀਂ ਲਿਆ ਸਕਦੇ, ਪਰ ਜੋ ਹੋਇਆ ਮੈਂ ਉਸ ਲਈ ਮੁਆਫੀ ਮੰਗਦਾ ਹਾਂ। ਕੇਂਦਰ ਤੋਂ ਬਾਅਦ ਹੁਣ ਪੰਜਾਬ ਵਜ਼ਾਰਤ ਵਿੱਚ ਵੀ ਅਗਲੇ ਹਫ਼ਤੇ ਫੇਰ ਬਦਲ ਹੋਣਾ ਤੈਅ ਹੈ। ਕਾਂਗਰਸ ਹਾਈ ਕਮਾਂਡ ਵੱਲੋਂ ਮੁਲਾਕਾਤਾਂ ਦੇ ਗੇੜ ਖਤਮ ਕੀਤੇ ਜਾਣ ਮਗਰੋਂ ਹੁਣ ਸਿਰਫ ਪੰਜਾਬ ਕਾਂਗਰਸ ਦੇ ਪੁਨਰਗਠਨ ਦਾ ਐਲਾਨ ਕੀਤਾ ਜਾਣਾ ਬਾਕੀ ਹੈ। ਹਾਈ ਕਮਾਂਡ ਦਾ ਪੰਜਾਬ ਕਾਂਗਰਸ ਦੇ ਘਰੇਲੂ ਕਲੇਸ਼ ਨੂੰ ਸਮੇਟਣ ਲਈ ਫਾਰਮੂਲਾ ਤਿਆਰ ਹੈ ਅਤੇ ਆਉਂਦੇ ਦਿਨਾਂ ਵਿੱਚ ਕਿਸੇ ਵੀ ਦਿਨ ਐਲਾਨ ਹੋਣਾ ਸੰਭਵ ਹੈ। ਹਾਈ ਕਮਾਂਡ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਗਲੇ ਹਫ਼ਤੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਫੈਸਲਾ ਸੁਣਾਇਆ ਜਾਣਾ ਹੈ। ਕਾਂਗਰਸ ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਦੇ ਫੈਸਲੇ ਪਿੱਛੋਂ ਹੀ ਪੰਜਾਬ ਵਜ਼ਾਰਤ ਵਿੱਚ ਫੇਰ ਬਦਲ ਹੋਵੇਗਾ। ਪ੍ਰਾਪਤ ਵੇਰਵਿਆਂ ਅਨੁਸਾਰ ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਥਾਂ ਕੋਈ ਹੋਰ ਨਵਾਂ ਚਿਹਰਾ ਦਿੱਤੇ ਜਾਣ ਦੇ ਚਰਚੇ ਵੀ ਨੇ। ਭਾਵੇਂ ਕਿ ਅਧਿਕਾਰਤ ਫੈਸਲਾ ਹੋਣਾ ਅਜੇ ਬਾਕੀ ਹੈ, ਪਰ ਸੂਤਰ ਆਖਦੇ ਨੇ ਕਿ ਹਾਈ ਕਮਾਂਡ ਨੇ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੌਂਪਣ ਦਾ ਮਨ ਬਣਾ ਲਿਆ। ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਪਿਛਲੇ ਕੁਝ ਦਿਨਾਂ ਤੋਂ ਨਵਜੋਤ ਸਿੱਧੂ ਦੇ ਪੱਖ ਵਿੱਚ ਮੁਹਿੰਮ ਚਲਾ ਰਹੇ ਸਨ। ਪਾਰਟੀ ਹਾਈ ਕਮਾਂਡ ਕੇਰਲ ਕਾਂਗਰਸ ਦੀ ਤਰਜ਼ ਤੇ ਪੰਜਾਬ ਵਿੱਚ ਕਾਂਗਰਸ ਪ੍ਰਧਾਨ ਨਾਲ 3 ਕਾਰਜਕਾਰੀ ਪ੍ਰਧਾਨ ਲਗਾਉਣ ਬਾਰੇ ਵੀ ਸੋਚ ਰਹੀ ਹੈ। ਹਾਈ ਕਮਾਂਡ ਨੇ ਜੂਨ ਮਹੀਨੇ ਵਿੱਚ ਕੇਰਲ ਵਿੱਚ 3 ਕਾਰਜਕਾਰੀ ਪ੍ਰਧਾਨ ਲਗਾਏ ਹਨ। ਪੰਜਾਬ ਕਾਂਗਰਸ ਵਿੱਚ ਮਾਲਵਾ, ਮਾਝਾ ਅਤੇ ਦੁਆਬਾ ਖੇਤਰਾਂ ਨੂੰ ਉੱਚ ਅਹੁਦੇ ਦਿੱਤੇ ਜਾ ਸਕਦੇ ਨੇ। ਇੱਕ ਉਪ ਮੁੱਖ ਮੰਤਰੀ ਕਿਸੇ ਦਲਿਤ ਆਗੂ ਨੂੰ ਲੈ ਜਾਣ ਦੀ ਚਰਚਾ ਹੈ। ਕਾਂਗਰਸ ਦੇ ਪੁਨਰਗਠਨ ਮਗਰੋਂ ਪੰਜਾਬ ਵਜ਼ਾਰਤ ਵਿੱਚ ਫੇਰ ਬਦਲ ਦਾ ਕੰਮ ਸ਼ੁਰੂ ਹੋਵੇਗਾ। ਪੰਜਾਬ ਦੇ 2 ਹੋਰ ਹਾਕੀ ਖਿਡਾਰੀਆਂ ਨੂੰ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੀ ਭਾਰਤੀ ਹਾਕੀ ਟੀਮ ਵਿੱਚ ਸ਼ਾਮਲ ਕੀਤਾ ਗਿਆ। ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਓਲੰਪੀਅਨ ਪ੍ਰਗਟ ਸਿੰਘ ਨੇ ਦੱਸਿਆ ਕਿ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਅਤੇ ਭਾਰਤੀ ਓਲੰਪਿਕ ਸੰਘ ਵੱਲੋਂ ਹਾਕੀ ਸੰਬੰਧੀ ਬਦਲੇ ਗਏ ਨਿਯਮਾਂ ਅਨੁਸਾਰ ਹੁਣ ਓਲੰਪਿਕ ਵਿੱਚ ਭਾਰਤ ਹਾਕੀ ਟੀਮ 16 ਦੀ ਥਾਂ 18 ਮੈਂਬਰਾਂ ਦੀ ਹੋਵੇਗੀ। ਓਲੰਪਿਕ ਖੇਡਾਂ ਦੌਰਾਨ ਹਰ ਮੈਚ ਤੋਂ ਪਹਿਲਾਂ 18 ਖਿਡਾਰੀਆਂ ਵਿੱਚੋਂ 16 ਖਿਡਾਰੀਆਂ ਦੀ ਲਿਸਟ ਸੌਂਪਣੀ ਹੋਵੇਗੀ। ਭਾਰਤੀ ਹਾਕੀ ਟੀਮ ਵਿੱਚ ਸ਼ਾਮਲ ਕੀਤੇ ਗਏ 2 ਖਿਡਾਰੀਆਂ ਵਿੱਚ ਵਰੁਣ ਕੁਮਾਰ ਪਿੰਡ ਮਿੱਠਾਪੁਰ ਜਲੰਧਰ ਅਤੇ ਸਿਮਰਨਜੀਤ ਸਿੰਘ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਹਨ। ਉਹਨਾਂ ਨੇ ਦੱਸਿਆ ਕਿ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਲਈ 19 ਮੈਂਬਰੀ ਹਾਕੀ ਟੀਮ ਜਾ ਰਹੀ ਹੈ, ਜਿਨ੍ਹਾਂ ਵਿੱਚ 19ਵਾਂ ਖਿਡਾਰੀ ਪੰਜਾਬ ਨਾਲ ਹੀ ਸੰਬੰਧਿਤ ਕ੍ਰਿਸ਼ਨਾ ਬਹਾਦਰ ਪਾਠਕ ਕਪੂਰਥਲਾ ਤੋਂ ਹੈ, ਜਿਸ ਨੂੰ ਸਟੈਂਡ ਬਾਈ ਰੱਖਿਆ ਗਿਆ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਜ਼ਰੂਰ ਕਰਨਾ। ਸਤਿ ਸ਼੍ਰੀ ਅਕਾਲ।